ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. Let's continue our story. First, we revise the previous part of the lesson. ਮਰਚੈਂਟ ਨੇ ਆਪਣੀ ਜਰਨੀ 'ਤੇ ਜਾਣ ਤੋਂ ਪਹਿਲਾਂ ਜਾਰ ਆਫ ਓਲਿਵਸ ਨੂੰ, ਜਿਸ ਵਿੱਚ ਉਸਨੇ 1000 ਪੀਸਿਸ ਆਫ ਗੋਲਡ ਪਾਏ ਸਨ, ਆਪਣੇ ਫਰੈਂਡ ਨੂੰ ਦੇ ਦਿੱਤਾ ਸੀ. ਅਤੇ ਜਦੋਂ ਉਹ 7 ਸਾਲਾਂ ਬਾਅਦ ਬਗਦਾਦ ਵਾਪਸ ਆਇਆ ਅਤੇ ਫਿਰ ਉਹ ਆਪਣੇ ਫਰੈਂਡ ਨੂੰ ਵਿਜ਼ਿਟ ਕਰਨ ਲਈ ਉਸਦੇ ਘਰ ਗਿਆ ਅਤੇ ਉਸਨੇ ਉਸਦਾ ਧੰਨਵਾਦ ਕੀਤਾ ਕਿ ਉਸਨੇ ਇੰਨੇ ਲੰਬੇ ਸਮੇਂ ਤੱਕ ਜਾਰ ਆਫ ਓਲਿਵਸ ਨੂੰ ਸੰਭਾਲ ਕੇ ਰੱਖਿਆ ਹੈ. ਪਰ ਜਦੋਂ ਉਹ ਜਾਰ ਆਫ ਓਲਿਵਸ ਨੂੰ ਓਪਨ ਕਰਕੇ ਦੇਖਦਾ ਹੈ ਅਤੇ ਦੇਖਦਾ ਉਸਦੇ ਵਿੱਚ ਗੋਲਡ ਪੀਸਿਸ ਨਹੀਂ ਹਨ ਅਤੇ ਬਹੁਤ ਹੀ ਹੈਰਾਨ ਹੁੰਦਾ ਹੈ. ਫਿਰ ਇਮੀਡੀਏਟਲੀ ਉਹ ਆਪਣੇ ਫਰੈਂਡ ਦੇ ਘਰ ਰਸ਼ ਕਰਦਾ ਹੈ ਅਤੇ ਉਸਨੂੰ ਪੁੱਛਦਾ ਹੈ ਕਿ ਉਸਨੇ 1000 ਪੀਸਿਸ ਆਫ ਗੋਲਡ ਨੂੰ ਆਪਣੇ ਬਿਜ਼ਨਸ ਦੇ ਵਿੱਚ ਯੂਜ਼ ਕੀਤਾ ਹੈ. ਅਗਰ ਉਸਨੇ ਯੂਜ਼ ਕੀਤਾ ਹੈ ਅਤੇ ਉਹ ਉਸਨੂੰ ਕਦੋਂ ਵਾਪਸ ਕਰੇਗਾ. ਨਾਓ ਨੈਕਸਟ, ਦ ਫਰੈਂਡ ਡਿਨਾਈਡ ਟੇਕਿੰਗ ਦ ਮਨੀ. ਪਰ ਉਸਦੇ ਫਰੈਂਡ ਨੇ ਇਨਕਾਰ ਕਰ ਦਿੱਤਾ ਕਿ ਉਸਨੇ ਕੋਈ ਵੀ ਮਨੀ ਯੂਜ਼ ਨਹੀਂ ਕੀਤੀ ਹੈ. ਉਹਨਾਂ ਦੇ ਵਿਚਕਾਰ ਬਹਿਸ ਚੱਲ ਪਈ ਅਤੇ ਫਿਰ ਵਪਾਰੀ ਨੇ ਆਪਣੇ ਫਰੈਂਡ ਨੂੰ ਕੋਰਟ ਦੇ ਵਿੱਚ ਸੰਮਨ ਕਰ ਦਿੱਤਾ. ਉਸਨੂੰ ਕੋਰਟ ਦੇ ਵਿੱਚ ਲੈ ਗਿਆ. The friend took an oath that he never had the money was accused of taking. ਫਰੈਂਡ ਨੇ ਸਹੁੰ ਖਾਧੀ. ਉਸਨੇ ਕਿਹਾ ਕਿ ਉਸਨੇ ਉਹ ਮਨੀ ਨਹੀਂ ਲਈ ਹੈ ਜਿਸ ਦਾ ਵਪਾਰੀ ਉਸਦੇ ਉੱਪਰ ਦੋਸ਼ ਲਗਾ ਰਿਹਾ ਹੈ. And that he did not so much as know such a sum ever existed. ਅਤੇ ਉਸਨੂੰ ਇਹ ਵੀ ਨਹੀਂ ਪਤਾ ਸੀ ਕਿ ਉਸਦੇ ਵਿੱਚ 1000 ਪੀਸਿਸ ਆਫ ਗੋਲਡ ਹਨ. ਜੱਜ ਨੇ ਕੇਸ ਡਿਸਮਿਸਡ ਕਰ ਦਿੱਤਾ, ਖਾਰਿਜ ਕਰ ਦਿੱਤਾ, ਕਿਉਂਕਿ ਪ੍ਰੂਫ ਦੀ ਕਮੀ ਸੀ. ਉਸਨੂੰ ਮਰਚੈਂਟ ਨੂੰ ਕੋਈ ਵੀ ਸਬੂਤ ਨਹੀਂ ਮਿਲਿਆ ਸੀ ਆਪਣੇ ਫਰੈਂਡ ਦੇ ਖਿਲਾਫ. ਸੋ ਜੱਜ ਨੇ ਇਹ ਕੇਸ ਡਿਸਮਿਸਡ ਕਰ ਦਿੱਤਾ, ਜਿਸ ਨਾਲ ਵਪਾਰੀ ਬਹੁਤ ਹੀ ਉਦਾਸ ਹੋਇਆ ਅਤੇ ਉਸਨੇ ਡਿਸਾਈਡ ਕੀਤਾ ਕਿ ਹੁਣ ਉਹ ਕੈਲਿਫ ਹਾरून ਅਲ ਰਾਸ਼ਿਦ ਕੋਲ ਨਿਆਂ ਦੇ ਲਈ ਜਾਵੇਗਾ. ਦਿਸ ਵਾਜ਼ ਅ ਡਿਫਿਕਲਟ ਕੇਸ ਐਜ਼ ਅ ਜੱਜ ਹੈਡ ਡਿਸਮਿਸਡ ਇਟ. ਇਹ ਬਹੁਤ ਹੀ ਡਿਫਿਕਲਟ ਕੇਸ ਸੀ ਕਿਉਂਕਿ ਜੱਜ ਨੇ ਇਸ ਨੂੰ ਡਿਸਮਿਸ ਕਰ ਦਿੱਤਾ ਸੀ. ਦੈਟ ਸੇਮ ਈਵਨਿੰਗ, ਉਸੇ ਸ਼ਾਮ, ਦ ਕੈਲਿਫ accompanied by the grand vizier went disguised through the town as it was his custom to do. ਉਸੇ ਸ਼ਾਮ ਕੈਲਿਫ ਆਪਣੇ ਵਜ਼ੀਰ ਦੇ ਨਾਲ ਟਾਊਨ ਦੇ ਵਿੱਚ ਭੇਸ ਬਦਲ ਕੇ ਰਾਊਂਡ ਲਗਾ ਰਿਹਾ ਸੀ, ਇੱਧਰ ਉੱਧਰ ਘੁੰਮ ਰਿਹਾ ਸੀ ਅਤੇ ਪਤਾ ਕਰ ਰਿਹਾ ਸੀ ਕਿੱਥੇ ਕੀ ਪ੍ਰੋਬਲਮ ਹੈ. On passing through a street, he came to a gateway through which he saw 10 or 12 children playing. ਸਟਰੀਟ ਦੇ ਕੋਲੋਂ ਦੀ ਲੰਘਦੇ ਹੋਏ ਉਹ ਇੱਕ ਗੇਟਵੇ ਕੋਲ ਪੁੱਜਿਆ ਅਤੇ ਉਸਨੇ ਦੇਖਿਆ ਕਿ ਉੱਥੇ 10 ਅਤੇ 12 ਚਿਲਡਰਨ ਪਲੇ ਕਰ ਰਹੇ ਸਨ. ਕੈਲਿਫ ਨੇ ਸੁਣਿਆ ਉਹਨਾਂ ਵਿੱਚੋਂ ਇੱਕ ਬੱਚਾ ਕਹਿ ਰਿਹਾ ਸੀ, ਲੈਟਸ ਪਲੇ ਕੋਰਟ ਰੂਮ. ਚਲੋ ਅਸੀਂ ਕੋਰਟ ਰੂਮ ਨੂੰ ਗੇਮ ਖੇਲਦੇ ਹਾਂ. As the affair of the merchant was widely discussed in Baghdad, the children quickly agreed on the part each one was to act. ਮਰਚੈਂਟ ਦਾ ਕੇਸ ਸਾਰੇ ਬਗਦਾਦ ਦੇ ਵਿੱਚ ਬਹੁਤ ਸਪਰੈਡ ਹੋ ਚੁੱਕਿਆ ਸੀ ਅਤੇ ਸਭ ਨੂੰ ਇਸ ਬਾਰੇ ਪਤਾ ਲੱਗ ਗਿਆ ਸੀ. ਸੋ ਇਸ ਕਰਕੇ ਸਾਰੇ ਹੀ ਚਿਲਡਰਨ ਇਸ ਗੇਮ ਨੂੰ ਖੇਡਣ ਦੇ ਲਈ ਤਿਆਰ ਹੋ ਗਏ ਅਤੇ ਸਭ ਨੇ ਇਹ ਡਿਸਾਈਡ ਕਰ ਲਿਆ ਕਿ ਕੌਣ ਕਿਸ ਦਾ ਰੋਲ ਪਲੇ ਕਰੇਗਾ. ਦ ਜੱਜ ਆਸਕਡ ਦ ਮਰਚੈਂਟ ਟੂ ਸਪੀਕ. ਜੱਜ ਨੇ ਮਰਚੈਂਟ ਨੂੰ ਕਿਹਾ ਕਿ ਉਹ ਆਪਣਾ ਪੱਖ ਰੱਖੇ. ਦ ਐਕਟਰ ਰਿਲੇਟਡ ਐਵਰੀ ਡਿਟੇਲ. ਜੋ ਬॉय ਮਰਚੈਂਟ ਦਾ ਰੋਲ ਨਿਭਾ ਰਿਹਾ ਸੀ ਉਸਨੇ ਸਾਰੀ ਡਿਟੇਲ ਜੱਜ ਦੇ ਸਾਹਮਣੇ ਰੱਖ ਦਿੱਤੀ. ਦ ਫਰੈਂਡ ਡਿਨਾਈਡ ਹੈਵਿੰਗ ਟੇਕਨ ਦ ਮਨੀ ਐਂਡ ਆਫਰਡ ਟੂ ਗਿਵ ਐਨ ਓਥ that what he had said was the absolute truth. ਤੇ ਉਸਨੇ ਦੱਸਿਆ ਕਿ ਉਸਦਾ ਜੋ ਫਰੈਂਡ ਹੈ ਉਸਨੇ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਹੈ ਅਤੇ ਉਸਨੇ ਸਹੁੰ ਖਾਧੀ ਹੈ ਕਿ ਉਸਨੇ ਜੋ ਵੀ ਕਿਹਾ ਹੈ ਉਹ ਸਭ ਕੁਝ ਸੱਚ ਕਿਹਾ ਹੈ ਕਿ ਉਸਨੇ ਮਰਚੈਂਟ ਦੀ ਕੋਈ ਵੀ ਮਨੀ ਨਹੀਂ ਲਈ ਹੈ. Not so fast, said the judge. I myself would like to see the jar of olives. ਜੱਜ ਨੇ ਕਿਹਾ ਕਿ ਮੈਂ ਆਪ ਉਸ ਜਾਰ ਆਫ ਓਲਿਵਸ ਨੂੰ ਦੇਖਾਂਗਾ. ਦ ਮਰਚੈਂਟ pretended to set a jar before the judge. ਜੋ ਬॉय ਮਰਚੈਂਟ ਦਾ ਰੋਲ ਨਿਭਾ ਰਿਹਾ ਸੀ ਉਸਨੇ ਪ੍ਰੀਟੈਂਡ ਕੀਤਾ, ਉਸਨੇ ਦਿਖਾਇਆ ਜਿਸ ਤਰ੍ਹਾਂ ਉਹ ਸੈਟ ਆਫ ਜਾਰ ਨੂੰ ਜੱਜ ਦੇ ਸਾਹਮਣੇ ਪੇਸ਼ ਕਰ ਰਿਹਾ ਹੋਵੇ. ਦ ਜੱਜ ਲੁਕਡ ਇਨਟੂ ਦ ਜਾਰ. ਜੱਜ ਨੇ ਜਾਰ ਦੇ ਵਿੱਚ ਵੇਖਿਆ, ਉਸਨੇ ਪ੍ਰੀਟੈਂਡ ਕੀਤਾ ਜਿਸ ਤਰ੍ਹਾਂ ਉਹ ਓਲਿਵਸ ਨੂੰ ਖਾ ਰਿਹਾ ਹੋਵੇ. He said, they are excellent, but olives cannot keep for 7 years and be so good. ਉਸਨੇ ਕਿਹਾ ਕਿ ਇਹ ਐਕਸੀਲੈਂਟ ਹਨ, ਬਹੁਤ ਹੀ ਵਧੀਆ ਹਨ, ਪਰ
ਓਲਿਵਸ ਨੂੰ 7 ਈਅਰਸ ਤੱਕ ਨਹੀਂ ਰੱਖਿਆ ਜਾ ਸਕਦਾ ਅਤੇ ਉਹ ਇੰਨੇ ਦੇਰ ਰੱਖਣ ਤੋਂ ਬਾਅਦ ਵੀ ਇੰਨੇ ਵਧੀਆ ਨਹੀਂ ਹੋ ਸਕਦੇ। ਸੋ ਇਸ ਦੇ ਲਈ ਸਾਨੂੰ ਓਲਿਵ ਮਰਚੈਂਟਸ ਜੋ ਹੁੰਦੇ ਹਨ ਉਹਨਾਂ ਨੂੰ ਬੁਲਾਉਣਾ ਚਾਹੀਦਾ ਹੈ ਅਤੇ ਉਹਨਾਂ ਦੀ ਵਿਚਾਰ ਬਾਰੇ ਸੁਣਨਾ ਚਾਹੀਦਾ। 2 ਓਲਿਵ ਮਰਚੈਂਟਸ ਨੂੰ ਕੋਰਟ ਰੂਮ ਦੇ ਵਿੱਚ ਪ੍ਰੈਜ਼ੈਂਟ ਕੀਤਾ ਗਿਆ ਅਤੇ ਉਹਨਾਂ ਨੇ ਜੱਜ ਨੂੰ ਰਿਪਲਾਈ ਕੀਤਾ, No matter how great the care taken of them, olives will hardly be worth anything the 3rd year, for then they have neither taste nor color। ਕਿ ਇਹ ਕੋਈ ਮੈਟਰ ਨਹੀਂ ਕਰਦਾ ਕਿ ਓਲਿਵਸ ਨੂੰ ਕਿੰਨੀ ਸੰਭਾਲ ਦੇ ਨਾਲ ਰੱਖਿਆ ਜਾਂਦਾ ਹੈ, ਉਹਨਾਂ ਦੀ ਕਿੰਨੀ ਦੇਖਭਾਲ ਕੀਤੀ ਜਾਂਦੀ ਹੈ, ਪਰ ਤੀਸਰੇ ਸਾਲ ਤੋਂ ਬਾਅਦ ਨਾ ਤਾਂ ਉਹਨਾਂ ਦਾ ਕੋਈ ਟੇਸਟ ਰਹਿੰਦਾ ਹੈ ਅਤੇ ਨਾ ਹੀ ਕੋਈ ਕਲਰ ਰਹਿੰਦਾ ਹੈ। ਪਰ ਜਦੋਂ ਉਹਨਾਂ ਨੇ ਜਾਰ ਵਿੱਚ ਰੱਖੇ ਹੋਏ ਓਲਿਵਸ ਨੂੰ ਟੇਸਟ ਕੀਤਾ ਤਾਂ ਉਹਨਾਂ ਨੇ ਜੱਜ ਨੂੰ ਦੱਸਿਆ ਕਿ ਇਹ ਓਲਿਵਸ ਨਿਊ ਹਨ ਅਤੇ ਗੁੱਡ ਹਨ। ਇਸ ਤਰ੍ਹਾਂ ਜੱਜ ਨੂੰ ਪਤਾ ਲੱਗ ਗਿਆ ਕਿ ਕੌਣ ਝੂਠ ਬੋਲ ਰਿਹਾ ਹੈ। The judge pointed a finger at the accused. You are a rogue, he cried, and deserve to be punished। ਜੱਜ ਨੇ ਦੋਸ਼ੀ ਵੱਲ ਫਿੰਗਰ ਕਰਦਿਆਂ ਕਿਹਾ ਕਿ ਤੁਸੀਂ ਝੂਠ ਬੋਲ ਰਹੇ ਹੋ, ਤੁਸੀਂ ਦੋਸ਼ੀ ਹੋ, ਤੁਹਾਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਇਹ ਸਾਰੀ ਗੇਮ ਦੇਖਣ ਤੋਂ ਬਾਅਦ ਕੈਲਿਫ ਨੂੰ ਪਤਾ ਲੱਗ ਗਿਆ ਕਿ ਉਸਨੇ ਇਸ ਪ੍ਰੋਬਲਮ ਨੂੰ ਕਿਸ ਤਰ੍ਹਾਂ ਸੋਲਵ ਕਰਨਾ ਹੈ। The real accused saw plainly that the opinions of the olive merchants would convict him। ਔਰ ਰੀਅਲ ਦੋਸ਼ੀ ਨੂੰ ਵੀ ਪਤਾ ਲੱਗ ਗਿਆ ਕਿ ਓਲਿਵ ਮਰਚੈਂਟਸ ਦੇ ਓਪੀਨੀਅਨ ਦੇ ਨਾਲ ਇਹ ਕਲੀਅਰ ਹੋ ਜਾਏਗਾ ਕਿ ਉਹ ਝੂਠ ਬੋਲ ਰਿਹਾ ਹੈ ਅਤੇ ਇਸ ਲਈ ਉਸਨੇ ਆਪਣਾ ਕ੍ਰਾਈਮ ਗੁਨਾਹ ਕਨਫੈਸ ਕਰ ਲਿਆ ਕਿ ਉਸਨੇ 1000 ਪੀਸਿਸ ਆਫ ਗੋਲਡ ਚੁਰਾਏ ਹਨ ਅਤੇ ਇਹ ਵੀ ਦੱਸ ਦਿੱਤਾ ਕਿ ਉਸਨੇ ਉਹਨਾਂ ਨੂੰ ਕਿੱਥੇ ਛੁਪਾਇਆ ਹੈ। ਜਲਦੀ ਹੀ 1000 ਪੀਸਿਸ ਆਫ ਗੋਲਡ ਨੂੰ ਲੱਭ ਲਿਆ ਗਿਆ ਅਤੇ ਉਸਨੂੰ ਮਰਚੈਂਟ ਨੂੰ ਵਾਪਸ ਕਰ ਦਿੱਤਾ ਗਿਆ। The caliph sternly warned the merchant and rewarded the boy judge with a purse of 100 pieces of gold as a token of admiration। ਜੱਜ ਨੇ ਮਰਚੈਂਟ ਨੂੰ ਸਖਤੀ ਨਾਲ ਵਾਰਨ ਕੀਤਾ, ਚੇਤਾਵਨੀ ਦਿੱਤੀ ਕਿ ਇੱਦਾਂ ਦੀ ਗਲਤੀ ਦੁਬਾਰਾ ਨਹੀਂ ਹੋਣੀ ਚਾਹੀਦੀ ਅਤੇ ਉਸਨੇ ਜੋ ਬॉय ਜੱਜ ਦਾ ਰੋਲ ਪਲੇ ਕਰ ਰਿਹਾ ਸੀ ਉਸਨੂੰ ਪ੍ਰਸ਼ੰਸਾ ਦੇ ਲਈ ਉਸਨੇ 100 ਪੀਸਿਸ ਆਫ ਗੋਲਡ ਦਿੱਤੇ ਕਿਉਂਕਿ ਉਸਨੇ ਉਹਦੀ ਬਹੁਤ ਵੱਡੀ ਹੈਲਪ ਕੀਤੀ ਸੀ ਅਤੇ ਉਸਨੂੰ ਸਹੀ ਨਿਰਣਾ ਲੈਣ ਦੇ ਵਿੱਚ ਮਦਦ ਕੀਤੀ ਸੀ, ਉਸਨੂੰ ਸਮਝਾਇਆ ਸੀ ਕਿ ਉਹ ਕਿਸ ਤਰ੍ਹਾਂ ਇਸ ਪ੍ਰੋਬਲਮ ਨੂੰ ਸੋਲਵ ਕਰ ਸਕਦਾ ਹੈ। ਸੋ ਦਿਸ ਵਾਸ ਦ ਸਟੋਰੀ ਆਫ ਦ ਕਲੈਵਰ ਜੱਜ ਆਫ ਬਗਦਾਦ। ਥੈਂਕ ਯੂ।